ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ। ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ। ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਬੈ ਹਕੀਕਤ ਮੈਂ ਕਹੋ ਸੁਨੋ ਸੰਤ ਲਾਇ ਪ੍ਰੀਤ। ਮਣੀ ਸਿੰਘ ਜੀ ਰੱਖ ਸਿੱਖੀ ਮਹਾ ਸ਼ਹੀਦੀ ਲੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਮਹਾਵਾਕ ਅਨੁਸਾਰ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਬੜੇ ਵੱਡੇ ਭਾਗ ਹੋਣ ਤਾਂ ਸਤਸੰਗ ਦੀਆਂ ਇਹ ਸੁਭਾਗੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ। ਔਰ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਜਿੱਥੇ ਗੁਰੂ ਇਤਿਹਾਸ ਦੀ ਕਥਾ ਹੁੰਦੀ ਹੈ ਉੱਥੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਵੀ ਆਪ ਜੀ ਸਰਵਣ ਕਰ ਰਹੇ ਹੋ। ਜਦੋਂ ਖਾਲਸਾ ਪੰਥ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਾਜਿਆ ਤੇ ਖੰਡੇ ਦੀ ਧਾਰ ਵਿੱਚੋਂ ਸਾਜਿਆ, ਉਸ ਸੂਰਬੀਰ ਬਹਾਦਰ ਯੋਧਿਆਂ ਦੇ ਪੰਥ ਨੂੰ ਵੱਡੇ ਭਾਰੀ ਸੰਕਟਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਪੰਥ ਦੇ ਸੁਚੱਜੇ ਜਰਨੈਲਾਂ ਦੀ ਅਗਵਾਈ ਵਿੱਚ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ, ਬਾਬਾ ਕਪੂਰ ਸਿੰਘ ਜੀ ਨਵਾਬ ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨੇਤਰਤਵ ਵਿੱਚ ਇਹ ਪੰਥ ਖਾਲਸਾ ਚੜ੍ਹਦੀਆਂ ਕਲਾਂ ਵਿੱਚ ਰਿਹਾ। ਬੜੇ ਬੜੇ ਸਿਆਣੇ ਸਿੰਘ ਅਗਵਾਈ ਕਰ ਰਹੇ ਸਨ ਜਿਨ੍ਹਾਂ ਦੀ ਭਾਵਨਾਵਾਂ ਸੱਚੀਆਂ ਸੁੱਚੀਆਂ ਸਨ। ਸੋ ਹੁਣ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੋ ਦਰਬਾਰ ਸਾਹਿਬ ਜੀ ਦੇ ਪੁਜਾਰੀ ਹਨ, ਮੁੱਖ ਹੈੱਡ ਗ੍ਰੰਥੀ ਸਿੰਘ ਸਾਹਿਬਾਨ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਗੁਰੂ ਸਾਹਿਬਾਂ ਦੀ ਸੰਗਤ ਕੀਤੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਪਿਛੋਕੜ ਰਾਜਪੂਤ ਘਰਾਣੇ ਦੇ ਵਿੱਚ ਪਵਾਰ ਗੋਤ ਦੇ ਵਿੱਚ ਮਹਾਰਾਜਾ ਸ਼ਾਂਤਲ ਹੋਇਆ ਹੈ। ਜੈਸਲਮੇਰ ਦਾ ਰਾਜਾ, ਉੱਥੋਂ ਭਾਈ ਸਾਹਿਬ ਜੀ ਦਾ ਵੱਡਿਆਂ ਦਾ ਪਰਿਵਾਰ 15ਵੀਂ ਸਦੀ ਦੇ ਵਿੱਚ ਜਦੋਂ ਉੱਥੇ ਜੰਗ ਯੁੱਧ ਹੋਏ ਤੇ ਰਾਜੇ ਸ਼ਾਂਤਲ ਪਵਾਰ ਦਾ ਰਾਜ ਖਤਮ ਹੋਇਆ। ਇਹਨਾਂ ਦੇ ਵਡੇਰੇ ਨਾਹਣ ਆ ਗਏ ਜੋ ਪੌਂਟਾ ਸਾਹਿਬ ਦੇ ਲਾਗੇ ਨਾਹਣ ਹੈ। ਉੱਥੋਂ ਕਾਫੀ ਸਮਾਂ ਇਹ ਪਰਿਵਾਰ ਰਹਿੰਦੇ ਰਹੇ ਤੇ ਉੱਥੋਂ ਚੱਲ ਕੇ ਮੁਲਤਾਨ ਜ਼ਿਲ੍ਹੇ ਵਿੱਚ ਅਲੀਪੁਰ ਨਗਰ ਵਿੱਚ ਜਾ ਡੇਰਾ ਲਾਇਆ। ਭਾਈ ਸਾਹਿਬ ਦੇ ਵਡੇਰਿਆਂ ਵਿੱਚੋਂ ਮੂਲਾ ਨਾਮ ਦਾ ਇੱਕ ਗੁਰਮੁਖ ਗੁਰੂ ਘਰ ਦਾ ਪ੍ਰੇਮੀ ਬਣਿਆ। ਮੂਲੇ ਦਾ ਪੁੱਤਰ ਭਾਈ ਬੱਲੂ, ਜਿਸ ਨੂੰ 6ਵੇਂ ਪਾਤਸ਼ਾਹ ਦੀ ਫੌਜ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ।
ਜਦੋਂ ਪੈਂਦੇ ਖਾਂ ਨਿਮਕ ਹਰਾਮੀ ਹੋ ਕੇ ਆਇਆ ਅਤੇ ਭਾਈ ਬੱਲੂ ਜੀ ਉਸ ਜੰਗ ਵਿੱਚ ਕਰਤਾਰਪੁਰ ਦੀ ਜੰਗ ਸ਼ਾਮਲ ਸਨ। ਭਾਈ ਬੱਲੂ ਨੇ ਬਰਛਾ ਮਾਰ ਕੇ ਮੁਰਤਜ਼ਾ ਖਾਂ ਨੂੰ ਮਾਰਿਆ। ਇਹ ਮੁਰਤਜ਼ਾ ਖਾਂ ਉਹ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਘਰ ਲੈ ਕੇ ਗਿਆ ਸੀ। ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਂ ਨੂੰ ਮਾਰ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਭਾਈ ਬੱਲੂ ਨੇ ਲਿਆ। ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਭਾਈ ਬੱਲੂ ਦੇ ਅੱਗੋਂ 12 ਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਮਾਈ ਦਾਸ। ਮਾਈ ਦਾਸ ਦੇ ਵੀ ਅੱਗੋਂ 12 ਪੁੱਤਰ ਸਨ, ਜਿਨ੍ਹਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਮਾਈ ਦਾਸ ਦਾ ਸਭ ਤੋਂ ਵੱਡਾ ਪੁੱਤਰ ਭਾਈ ਜੇਠਾ ਭੰਗਾਣੀ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕਰਦਿਆਂ ਪੌਂਟੇ ਸਾਹਿਬ ਦੇ ਲਾਗੇ ਸ਼ਹੀਦ ਹੋਇਆ। ਮਾਈ ਦਾਸ ਦਾ ਦੂਸਰਾ ਪੁੱਤਰ ਦਿਆਲਾ ਦਿੱਲੀ ਦੇ ਵਿੱਚ ਦੇਗ 'ਚ ਉਬਾਲਿਆ। ਉਹ ਮਨੀ ਸਿੰਘ ਦਾ ਸਕਾ ਭਰਾ ਸੀਗਾ ਭਾਈ ਦਿਆਲਾ। ਔਰ ਇਹ 12 ਭਰਾਵਾਂ ਵਿੱਚੋਂ ਇੱਕ ਹੀ ਅਮਰਚੰਦ ਨਾਮ ਦਾ ਇੱਕ ਭਰਾ ਜਿਹੜਾ ਸੀ, ਉਹ ਆਪਣੀ ਮੌਤ ਯਾਨੀ ਦੁਨੀਆ ਆਮ ਨਾਰਮਲ ਮੌਤ ਮਰਿਆ। 11 ਭਰਾ ਸ਼ਹੀਦ ਹੋਏ ਮਨੀ ਸਿੰਘ ਦੇ ਸਮੇਤ। ਭਾਈ ਮਨੀ ਸਿੰਘ ਦੇ 10 ਪੁੱਤਰ ਸਨ। ਸਭ ਤੋਂ ਵੱਡਾ ਚਿੱਤਰ ਸਿੰਘ ਹੋਇਆ। ਚਿੱਤਰ ਸਿੰਘ ਲਗਭਗ 65 ਸਾਲ ਦੀ ਉਮਰ ਦੇ ਵਿੱਚ ਮਨੀ ਸਿੰਘ ਦੇ ਨਾਲ ਲਾਹੌਰ ਸ਼ਹੀਦੀ ਪਾਈ ਹੈ। ਭਾਈ ਮਨੀ ਸਿੰਘ 90 ਸਾਲ ਦੇ ਸ਼ਹੀਦ ਹੋਏ। ਚਿੱਤਰ ਸਿੰਘ ਤੋਂ ਛੋਟਾ ਸੀ ਬਚਿੱਤਰ ਸਿੰਘ, ਜਿਹਨੇ ਹਾਥੀ ਦੇ ਮੱਥੇ 'ਚ ਬਰਛਾ ਮਾਰ ਕੇ ਨਾਂਗਣੀ ਮਾਰ ਕੇ 7 ਤਵੇ ਫੌਲਾਦ ਦੇ ਪਾੜ ਕੇ ਅਨੰਦਪੁਰ ਸਾਹਿਬ ਪਹਾੜੀ ਰਾਜਿਆਂ ਦਾ ਹਾਥੀ ਮਾਰ ਭਜਾਇਆ ਸੀ। ਬਚਿੱਤਰ ਸਿੰਘ ਤੋਂ ਛੋਟਾ ਸੀ ਉਦੇ ਸਿੰਘ, ਜੋ ਸਾਰੇ ਖਾਲਸੇ ਪੰਥ ਦੀ ਫੌਜ ਦਾ ਮਹਾਰਾਜ 10ਵੇਂ ਪਾਤਸ਼ਾਹ ਨੇ ਜਰਨੈਲ ਚੀਫ ਥਾਪਿਆ ਹੋਇਆ ਸੀ ਵੱਡਾ, ਜਿਹੜਾ ਜੰਗੀ ਬਿਉਂਤਬੰਦੀਆਂ ਵਿੱਚ ਬਹੁਤ ਮਾਹਰ ਸੀਗਾ। ਸ਼ਾਹੀ ਟਿੱਬੀ ਦੇ ਉੱਤੇ 10 ਲੱਖ ਦਾ ਮੁਕਾਬਲਾ ਕਰਦੇ 6 ਔਰ 7 ਪੋਹ ਦੀ 21 ਔਰ 20 ਔਰ 21 ਦਸੰਬਰ ਦੀ ਰਾਤ ਨੂੰ 1704 ਜਦੋਂ ਕਿਲ੍ਹਾ ਛੱਡਿਆ ਅਨੰਦਪੁਰ ਸਾਹਿਬ ਦਾ, ਸਰਸਾ ਨਦੀ ਦੇ ਵਿਛੋੜਾ ਪਿਆ। ਉਸ ਤੋਂ ਲਗਭਗ 2-3 ਕਿਲੋਮੀਟਰ ਪਿੱਛੇ ਪਹਿਲਾਂ ਹੀ ਸ਼ਾਹੀ ਟਿੱਬੀ ਦੇ ਉੱਤੇ ਭਾਈ ਉਦੇ ਸਿੰਘ ਜੀ 10 ਲੱਖ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ। 4.5 ਘੰਟੇ ਮੁਕਾਬਲਾ ਕੀਤਾ ਉਹਨਾਂ ਨੇ। ਉਦੇ ਸਿੰਘ ਤੋਂ ਛੋਟੇ ਅਜਬ ਸਿੰਘ, ਅਜੈਬ ਸਿੰਘ ਤੇ ਅਨਕ ਸਿੰਘ ਤਿੰਨੇ ਭਰਾ ਮਹਾਰਾਜ ਦੇ ਨਾਲ ਚਮਕੌਰ ਪਹੁੰਚੇ ਤੇ ਚਮਕੌਰ ਦੀ ਜੰਗ 'ਚ ਸ਼ਹੀਦੀ ਪਾਈ। ਇੱਕ ਇਹਨਾਂ ਦਾ ਪੁੱਤਰ ਸੀਗਾ ਭਗਵਾਨ ਸਿੰਘ ਰਹਿਤਨਾਮੀਆਂ, ਜਿਹਨੇ ਰਹਿਤਨਾਮਾ ਲਿਖਿਆ ਹੈ। ਇਹ ਸਾਰਾ ਪਰਿਵਾਰ ਸ਼ਹੀਦਾਂ ਦਾ। ਅੱਗੋਂ ਬਚਿੱਤਰ ਸਿੰਘ ਦੇ 2 ਪੁੱਤਰ ਚੱਪੜਚਿੜੀ ਦੇ ਮੈਦਾਨ ਵਿੱਚ ਸ਼ਹੀਦ ਹੋਏ ਜਦੋਂ ਬੰਦੇ ਬਹਾਦਰ ਨੇ ਸਰਹੰਦ ਫਤਿਹ ਕੀਤਾ, ਯਾਨੀ ਮਨੀ ਸਿੰਘ ਦੇ ਪੋਤੇ ਵੀ ਉਹਨਾਂ ਦੇ ਸਾਹਮਣੇ ਸ਼ਹੀਦ ਹੋ ਗਏ। ਭਾਈ ਮਨੀ ਸਿੰਘ ਦੇ ਪਰਿਵਾਰ ਦੇ ਲਗਭਗ 60-62 ਜੀ ਸ਼ਹੀਦ ਹੋਏ, ਪਰ ਉਹਨਾਂ ਦਾ ਸਿਦਕ ਭਰੋਸਾ ਗੁਰੂ ਘਰ ਤੇ ਅਨੰਨ ਭਾਵ। ਭਾਈ ਮਨੀ ਸਿੰਘ ਦਾ ਜਨਮ 1644 ਦੇ ਵਿੱਚ ਉਸ ਸਾਲ ਹੋਇਆ ਜਿਸ ਸਾਲ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ। ਜਿਹੜੇ ਸਾਲ ਗੁਰੂ ਹਰਗੋਬਿੰਦ ਸਾਹਿਬ ਸੱਚਖੰਡ ਗਏ ਉਸ ਸਾਲ ਮਨੀ ਸਿੰਘ ਦਾ ਜਨਮ ਹੋਇਆ। ਇਸ ਹਿਸਾਬ ਨਾਲ ਭਾਈ ਮਨੀ ਸਿੰਘ 10ਵੇਂ ਪਾਤਸ਼ਾਹ ਤੋਂ 22 ਸਾਲ ਵੱਡੇ ਸਨ ਉਮਰ ਵਿੱਚ। ਔਰ ਉਹਨਾਂ ਨੇ ਗੁਰੂ ਸਾਹਿਬ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇ 10ਵੇਂ ਪਾਤਸ਼ਾਹ ਕਲਗੀਧਰ ਜੀ ਦੀ ਹਜ਼ੂਰੀ 'ਚ ਰਹਿ ਕੇ 4 ਪਾਤਸ਼ਾਹੀਆਂ ਦੀ ਸੇਵਾ ਕੀਤੀ। ਗੁਰਬਾਣੀ ਦੀ ਲਿਖਾਈ ਬਹੁਤ ਸੁੰਦਰ ਕਰਦੇ ਸਨ। ਇਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਇਹਨਾਂ ਨੂੰ ਬਹੁਤ ਸਾਰੀ ਬਾਣੀ ਲਿਖਣ ਦਾ ਮੌਕਾ ਮਿਲਿਆ ਤੇ ਇਹਨਾਂ ਕੋਲੋਂ ਹੀ ਬਾਬਾ ਦੀਪ ਸਿੰਘ ਜੀ ਲਿਖਣ ਦੀ ਵਿੱਦਿਆ ਸਿੱਖੇ। ਦਮਦਮੇ ਸਾਹਿਬ ਜਾ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੋਧ ਕੇ ਲਿਖਿਆ ਮਹਾਰਾਜ ਨੇ ਆਪ। ਬਾਣੀ ਚਾਰੀ ਕਲਗੀਧਰ ਜੀ ਨੇ, ਲਿਖਾਰੀ ਭਾਈ ਮਨੀ ਸਿੰਘ ਜੀ ਰਹੇ। ਔਰ ਜਦੋਂ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਮੀਣੇ ਛੱਡ ਕੇ ਦੌੜ ਗਏ ਸੇਵਾ,
ਬਾਬਾ ਪਿਰਥੀ ਚੰਦ ਜੀ ਦਾ ਪਰਿਵਾਰ ਜੋ ਹੈ ਗੁਰੂ ਰਾਮਦਾਸ ਦੇ ਵੱਡੇ ਸਾਹਿਬਜ਼ਾਦੇ ਹੋਏ ਨੇ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ। ਉਹਨਾਂ ਦਾ ਪੁੱਤਰ ਮਿਹਰਬਾਨ ਤੇ ਮਿਹਰਬਾਨ ਦੇ ਪੁੱਤਰ ਚਤਰਭੁਜ ਤੇ ਹਰ ਜੀ, ਤੇ ਉਹਨਾਂ ਵਿੱਚੋਂ ਇਹ ਸਾਰੇ ਜਿਹੜੇ ਸੋਢੀ ਸਾਹਿਬਜ਼ਾਦੇ ਸਨ, ਇਹ ਹਰਿਮੰਦਰ ਸਾਹਿਬ ਦੀ ਸੇਵਾ ਕਰਦੇ ਨੇ ਲਗਭਗ 125 ਸਾਲ। 125 ਸਾਲ ਇਹਨਾਂ ਦੇ ਕੋਲ ਮੀਣਿਆਂ ਕੋਲ ਪ੍ਰਬੰਧ ਰਿਹਾ। ਪਹਿਲਾਂ ਪਿਰਥੀ ਚੰਦ ਅਗਵਾਈ ਕਰਦਾ ਰਿਹਾ, ਗੁਰੂ ਅਰਜਨ ਦੇਵ ਤਾਂ ਸ਼ਾਂਤ ਬਿਰਤੀ ਦੇ ਸਨ, ਫਿਰ ਉਹਦਾ ਪੁੱਤਰ ਆ ਗਿਆ, ਫਿਰ ਗਾਂ ਦੀ ਗਾਂ ਹਰਿਮੰਦਰ ਸਾਹਿਬ 'ਤੇ ਕਬਜ਼ਾ ਮੀਣਿਆਂ ਦਾ ਰਿਹਾ। ਇਸੇ ਕਰਕੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗਏ ਸੀ, ਮੀਣਿਆਂ ਦੇ ਦਰਵਾਜ਼ੇ ਬੰਦ ਕਰਤੇ ਸੀ, ਮਹਾਰਾਜ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ 9ਵੇਂ ਪਾਤਸ਼ਾਹ ਨੂੰ। ਪਰ 10ਵੇਂ ਪਾਤਸ਼ਾਹ ਦੇ ਟਾਈਮ 'ਤੇ ਮੀਣੇ ਪ੍ਰਬੰਧ ਛੱਡ ਕੇ ਹੀ ਚਲੇ ਗਏ, ਤਾਂ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਪ੍ਰਬੰਧ ਕਰਨ ਲਈ ਭੇਜਿਆ ਸੀ। ਬਾਅਦ ਵਿੱਚ ਜਦੋਂ ਸਾਧ ਸੰਗਤ ਜੀ ਮਹਾਰਾਜ 10ਵੇਂ ਪਾਤਸ਼ਾਹ ਹਜ਼ੂਰ ਸਾਹਿਬ ਜੋਤੀ ਜੋਤ ਸਮਾਏ, ਤਾਂ ਮਾਤਾ ਸੁੰਦਰੀ ਜੀ ਨੇ ਆਪਣੇ ਹੱਥ ਦੀ ਚਿੱਠੀ ਦੇ ਕੇ, ਹੁਕਮਨਾਮਾ ਦੇ ਕੇ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਦੀ ਸੇਵਾ ਦੁਬਾਰਾ ਜ਼ਿੰਮੇਵਾਰੀ ਸੰਭਾਲੀ ਸੀ। ਉਸ ਦਿਨ ਤੋਂ ਲੈ ਕੇ ਸ਼ਹੀਦੀ ਤੱਕ ਭਾਈ ਸਾਹਿਬ ਦਰਬਾਰ ਸਾਹਿਬ ਦੀ ਸੇਵਾ 'ਚ ਆਲਸ ਨਹੀਂ ਕੀਤੀ। ਹਰਿਮੰਦਰ ਸਾਹਿਬ ਦੀ ਸੇਵਾ ਬੜੇ ਪਿਆਰ ਨਾਲ ਕਰਦੇ ਰਹੇ। ਭਾਈ ਮਨੀ ਸਿੰਘ ਦਾ ਇਤਿਹਾਸ ਜੋ ਹੈ ਉਹ ਜੇ ਪੜ੍ਹਨਾ ਹੋਵੇ ਤਾਂ ਇੱਕ ਗ੍ਰੰਥ ਹੈ ਭਾਈ ਸੇਵਾ ਸਿੰਘ ਦਾ ਲਿਖਿਆ ਹੋਇਆ, ਅੱਜ ਤੋਂ ਕੋਈ 150 ਸਾਲ ਪਹਿਲਾਂ 200 ਸਾਲ ਪਹਿਲਾ ਗ੍ਰੰਥ ਹੈ। ਉਹਦਾ ਨਾਮ ਹੈ ਸ਼ਹੀਦ ਬਿਲਾਸ ਭਾਈ ਮਨੀ ਸਿੰਘ। ਸ਼ਹੀਦ ਬਿਲਾਸ ਮਨੀ ਸਿੰਘ ਦੇ ਵਿੱਚ ਇੱਕ ਕਥਾ ਬੜੇ ਵਿਸਥਾਰ ਨਾਲ ਆਉਂਦੀ, ਭਾਈ ਮਨੀ ਸਿੰਘ ਦੀ ਸਾਰੀ ਜੀਵਨੀ। ਇੱਥੇ ਉਹਨਾਂ ਦੀ ਸਿਰਫ ਸ਼ਹੀਦੀ ਦਾ ਹੀ ਜ਼ਿਕਰ ਆਉਣਾ ਹੈ। ਉਹਨਾਂ ਦੀਆਂ ਸੇਵਾਵਾਂ ਤਾਂ ਬਹੁਤ ਵੱਡੀਆਂ ਹਨ। ਉਹਨਾਂ ਦਾ ਜੀਵਨ ਇੱਕ ਵੱਖਰਾ ਹੀ ਚੈਪਟਰ ਹੈ। ਜਿਨ੍ਹਾਂ ਨੇ 4 ਗੁਰੂਆਂ ਦੀ ਸੇਵਾ ਕੀਤੀ, ਬਾਅਦ ਵਿੱਚ 10ਵੇਂ ਪਾਤਸ਼ਾਹ ਦੀ, ਉਹਨਾਂ ਤੋਂ ਬਾਅਦ ਲਗਭਗ 25 ਕੁ ਸਾਲ ਪੰਥ ਦੀ ਅਗਵਾਈ ਫਿਰ ਵੀ ਕੀਤੀ। 90 ਸਾਲ ਦੀ ਉਮਰ 'ਚ ਸਿੱਖੀ ਸਿਦਕ ਦਾ ਨਮੂਨਾ ਪੇਸ਼ ਕਰਦੇ ਬੰਦ-ਬੰਦ ਕਟਾ ਕੇ ਸ਼ਹੀਦੀ ਪਾਈ। ਐਸੇ ਮਹਾਂਪੁਰਸ਼ ਦੀ ਕਥਾ ਅੱਜ ਆਰੰਭ ਹੋਣ ਲੱਗੀ ਹੈ। ਖਾਲਸਾ ਜੀ ਸੁਰਤੀਆਂ ਬਿਰਤੀਆਂ ਨੂੰ ਮਹਾਨ ਸ਼ਹੀਦਾਂ ਸਿੰਘਾਂ ਦੇ ਚਰਨਾਂ ਨਾਲ ਜੋੜ ਲਓ। ਪਿਆਰ ਵਿੱਚ ਆ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬੈ ਹਕੀਕਤ ਮੈਂ ਕਹੋ, ਸੁਣੋ ਸੰਤ ਲਾਇ ਪ੍ਰੀਤ। ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ, ਹੁਣ ਮੈਂ ਸੱਚੀ ਹਕੀਕਤ ਜੋ ਖਾਲਸੇ ਪੰਥ ਵਿੱਚ ਮਹਾਨ ਮਹਾਂਪੁਰਸ਼ ਭਾਈ ਮਨੀ ਸਿੰਘ ਜੀ ਹੋਏ ਹੈ, ਉਹਨਾਂ ਦੀ ਤੁਹਾਨੂੰ ਸੁਣਾਵਾਂਗਾ। ਖਾਲਸਾ ਜੀ ਪ੍ਰੇਮ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਸੁਣੋ। ਮਣੀ ਸਿੰਘ ਜੀ ਰੱਖ ਸਿੱਖੀ ਮਹਾ ਸ਼ਹੀਦੀ ਲੀਤ। ਮੈਂ ਉਹ ਕਹਾਣੀ ਸੁਣਾਵਾਂਗਾ, ਉਹ ਕਥਾ ਸੁਣਾਵਾਂਗਾ, ਜਿਵੇਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਿਦਕ ਭਰੋਸਾ ਸਿੱਖੀ ਦਾ ਨਿਭਾਉਂਦਿਆਂ ਹੋਇਆਂ ਸ਼ਹੀਦੀ ਦਾ ਜਾਮ ਪੀਤਾ ਹੈ। ਮਣੀ ਸਿੰਘ ਥੋ ਸੰਤ ਸੁਜਾਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਬਿਰਤੀ ਦੇ ਮਾਲਕ ਸੰਤ ਪੁਰਸ਼ ਸਨ। ਸਾਰਾ ਜੀਵਨ ਹੀ ਗੁਰੂ ਨੂੰ ਸਮਰਪਣ ਕਰ ਦਿੱਤਾ। ਜਿਨ੍ਹਾਂ ਦੇ ਪਿਓ ਦਾਦੇ ਪੜਦਾਦੇ ਵੀ ਗੁਰੂ ਨੂੰ ਸਮਰਪਣ ਸਨ। ਭਾਈ ਬੱਲੂ ਜਿਹੜਾ ਇਹਦਾ ਦਾਦਾ ਸੀ, ਉਹਨੇ ਦੇਖੋ ਕਿੱਡਾ ਵੱਡਾ ਜੰਗ ਕਰਕੇ ਕਰਤਾਰਪੁਰ ਸ਼ਹੀਦੀ ਪਾਈ ਸੀ ਔਰ ਮੁਰਤਜ਼ਾ ਖਾਨ ਨੂੰ ਮਾਰਿਆ ਸੀ। ਪਿਤਾ ਜੀ ਵੀ ਬੜੇ ਗੁਰਮੁਖ ਸਨ। ਭਾਈ ਮਨੀ ਸਿੰਘ ਦੀ ਇੱਕ ਭੂਆ ਸੀ ਜਿਹੜੀ ਸ਼ਾਹਜਹਾਨ ਦੇ ਦਰਬਾਰ ਵਿੱਚ ਜਾ ਕੇ ਉਹਨੇ ਵਕੀਲਾਂ ਦੀ ਤਰ੍ਹਾਂ ਬਹਿਸ ਕੀਤੀ ਸੀ। ਕਹਿੰਦੇ ਬੜੀ ਤਗੜੀ ਉਹ ਦਲੇਰ ਔਰਤ ਸੀਗੀ। ਉਹਨੇ ਬਾਦਸ਼ਾਹ ਸ਼ਾਹਜਹਾਨ ਦੀ ਕਚਹਿਰੀ ਜਾ ਕੇ ਤੜਥੱਲੀ ਮਚਾ ਦਿੱਤੀ ਸੀ। ਉਹ ਭਾਈ ਮਨੀ ਸਿੰਘ ਦੀ ਭੂਆ ਸੀਗੀ, ਮਾਈ ਦਾਸ ਦੀ ਭੈਣ। ਇੱਦਾਂ ਦੇ ਇਹ ਦਲੇਰ ਲੋਕ ਸਨ। ਜਤੀ ਸਤਿਓ ਧਿਆਨੀ ਮਾਨ। ਭਾਈ ਮਨੀ ਸਿੰਘ ਜੀ ਜਤੀ ਸਤੀ ਤਿਆਗੀ ਮਹਾਂਪੁਰਸ਼ ਕਰਨੀ ਵਾਲੇ ਪੂਰੇ ਗੁਰਸਿੱਖ ਸਨ। ਹਟੀ ਤਪਿਓ ਮਤ ਕੋ ਪੂਰ। ਹਠੀ ਤਪੀ ਸਨ, ਮਤ ਕੋ ਪੂਰੇ, ਭਾਵ ਗੁਰਮਤ ਵਿੱਚ ਪੱਕੇ ਸਨ। ਸਹਿਨਸ਼ੀਲੋ ਦਿਲ ਕੋ ਸੂਰ। ਸਹਿਨਸ਼ੀਲਤਾ ਦੀ ਵੀ ਉਹ ਪੁੰਜ ਸਨ ਤੇ ਦਿਲ ਦੇ ਸੂਰਬੀਰ ਸਨ, ਭਾਵ ਮੌਤ ਨੂੰ ਕੁਝ ਨਹੀਂ ਸੀ ਸਮਝਦੇ। ਦੇਹ ਤੋਂ ਵਿਦੇਹੀ ਸਨ ਭਾਈ ਮਨੀ ਸਿੰਘ ਜੀ। ਕਰਮੀ ਧਰਮੀ ਭਗਤ ਗਿਆਨੀ। ਭਾਈ ਸਾਹਿਬ ਮਨੀ ਸਿੰਘ ਜੀ ਕਰਮ ਧਰਮ 'ਚ ਪੂਰੇ ਸਨ, ਭਗਤ ਸਨ ਪਰਮੇਸ਼ਰ ਦੇ। ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਸੇਵਾ ਬੜੀ ਭਾਵਨਾ ਨਾਲ ਕਰਿਆ ਕਰਦੇ ਸਨ। ਔਰ ਗਿਆਨੀ, ਬ੍ਰਹਮ ਗਿਆਨੀ,
ਗਿਆਨੀ ਕਈ ਕਿਸਮ ਦੇ ਆਪਾਂ ਕਹਿ ਲੈਂਦੇ ਆ। ਜਿਹੜਾ ਮੇਰੇ ਵਰਗਾ 4 ਅੱਖਰ ਬੋਲਣਾ ਜਾਣਦਾ ਉਹਨੂੰ ਵੀ ਕਹਿੰਦੇ ਗਿਆਨੀ। ਪਰ ਖਾਲਸਾ ਜੀ, ਅਸਲ ਜੋ ਗਿਆਨੀ ਦਾ ਸਰੂਪ ਹੈ ਉਹ ਇਹ ਹੈ, ਭੂਲ ਗਇਓ ਅਗਿਆਨ ਤੇ ਆਤਮ ਆਪਨ ਰੂਪ, ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਵੀ ਭੂਪ। ਅਗਿਆਨ ਕਰਕੇ ਆਤਮਾ ਨੂੰ ਆਪਣਾ ਸਰੂਪ ਭੁੱਲ ਗਿਆ ਹੈ। ਜਿਹੜਾ ਆਤਮ ਸਰੂਪ ਨੂੰ ਸਾਖਸ਼ਾਤ ਕਰਕੇ ਜਾਣ ਲਵੇ, ਇਸ ਨੂੰ ਦ੍ਰਿੜ ਹੋ ਜਾਵੇ ਕਿ ਮੈਂ ਆਤਮ ਸਰੂਪ ਹਾਂ, ਦੇਹ ਨਹੀਂ ਹਾਂ, ਉਹ ਗਿਆਨੀ ਹੈ। ਕਹਿਣ ਨੂੰ ਤਾਂ ਸਾਰੇ ਆਪਾਂ ਗਿਆਨੀ ਬਣੇ ਫਿਰਦੇ ਹਾਂ, ਮੇਰੇ ਨਾਲ ਵੀ ਗਿਆਨੀ ਲਿਖ ਦਿੰਦੇ ਆ, ਪਰ ਅਸੀਂ ਗਿਆਨੀ ਨਹੀਂ ਹਾਂ। ਗਿਆਨੀ ਤਾਂ ਉਹ ਹੈ ਜਿਸ ਨੇ ਆਤਮਾ ਦਾ ਸਾਖਸ਼ਾਤਕਾਰ ਕੀਤਾ ਹੈ। ਆਤਮਾ ਦਾ ਸਾਖਸ਼ਾਤਕਾਰ ਹੋਏ ਤੋਂ ਬਿਨਾਂ ਕੋਈ ਗਿਆਨੀ ਨਹੀਂ ਕਹਾ ਸਕਦਾ। ਭਾਈ ਮਨੀ ਸਿੰਘ ਜੀ ਨੂੰ ਆਤਮ ਸਾਖਸ਼ਾਤ ਹੋ ਚੁੱਕਾ ਸੀ, ਦੇਹ ਤੋਂ ਉੱਪਰ ਹੋ ਚੁੱਕੇ ਸਨ, ਵਿਦੇ ਹੋ ਚੁੱਕੇ ਸਨ। ਸਤਿਗੁਰ ਬਚਨਨ ਪਰਮਤ ਠਾਨੀ, ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪੂਰਨ ਦ੍ਰਿੜ ਨਿਸ਼ਚਾ, ਸ਼ਰਧਾ ਤੇ ਵਿਸ਼ਵਾਸ ਸੀ ਗੁਰਬਾਣੀ ਦੇ ਉੱਤੇ। ਉਤੋ ਸਤਿਗੁਰ ਸੋ ਰਹਿਤ ਹਜੂਰ। ਇਹ ਭਾਈ ਸਾਹਿਬ ਮਨੀ ਸਿੰਘ ਜੀ ਗੁਰੂ ਮਹਾਰਾਜ ਦੇ ਹਜ਼ੂਰੀ 'ਚ ਰਹੇ ਨੇ। 4 ਪਾਤਸ਼ਾਹੀਆਂ ਦੀ, ਸਤਿਗੁਰੂ ਹਰ ਰਾਏ ਸਾਹਿਬ ਜੀ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਸਤਿਗੁਰੂ ਕਲਗੀਧਰ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਦੀ ਨਿਗ ਪ੍ਰਾਪਤ ਕੀਤੀ ਹੈ। ਤਿਸ ਕਰ ਪਇਓ ਸੋ ਗੁਰਮਤਿ ਪੂਰਾ। ਗੁਰੂ ਘਰ ਵਿੱਚ ਰਹਿਣ ਕਰਕੇ ਗੁਰਮਤਿ 'ਚ ਪੂਰੇ ਸਨ। ਗੁਰਮਤਿ ਦੇ ਆਸ਼ੇ ਨੂੰ ਬੜੀ ਗਹਿਰਾਈ ਨਾਲ ਭਾਈ ਮਨੀ ਸਿੰਘ ਜੀ ਸਮਝਦੇ ਸਨ। ਜਿੰਨੀ ਉਹਨਾਂ ਦੀ ਕਮਾਈ ਸੀ, ਬੰਦਗੀ ਸੀ, ਉਨੀ ਉਹਨਾਂ ਦੀ ਆਤਮਿਕ ਅਵਸਥਾ ਦੀ ਡੂੰਘਾਈ ਸੀ ਗੁਰਮਤਿ ਦੇ ਸੰਬੰਧ ਵਿੱਚ। ਹਾਂਜੀ, ਹੁਣ ਸਤਿਗੁਰ ਕਛ ਝੂਟੋ ਖਿਓ। ਕਹਿੰਦੇ ਮਾਨੋ ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਛਕਣ ਕਰਕੇ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਚੁੱਕਾ ਸੀ। ਜਿਵੇਂ ਹਜੂਰ ਗਰੀਬ ਨਵਾਜ਼ ਪ੍ਰਸ਼ਾਦਾ ਛਕਦੇ ਸੀ ਕਲਗੀਧਰ ਜੀ, ਤੇ ਭਾਈ ਮਨੀ ਸਿੰਘ ਜੀ ਉਹਨਾਂ ਦਾ ਥਾਲਾ ਚੁੱਕ ਕੇ ਉਹਦੇ ਵਿੱਚੋਂ ਸ਼ੀਤ ਪ੍ਰਸ਼ਾਦ ਆਪਣੇ ਮੂੰਹ 'ਚ ਪਾ ਲਿਆ ਕਰਦੇ ਸੀ। ਹੁਣ ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਜਿਨ੍ਹਾਂ ਦੇ ਮੂੰਹ 'ਚ ਪਵੇਗਾ ਉਹਨਾਂ ਦਾ ਅਨੁਭਵ ਤਾਂ ਆਪੇ ਹੀ ਖੁੱਲ੍ਹ ਜਾਣਾ ਹੋਇਆ। ਸੋ ਸਾਧ ਸੰਗਤ ਜੀ, ਭਾਈ ਮਨੀ ਸਿੰਘ ਦਾ ਅਨੁਭਵ ਖੁੱਲ੍ਹਾ ਹੋਇਆ ਸੀ। ਤਾਤੇ ਹਠਿਆ ਅੜਿਆ ਪਇਓ। ਇਹ ਬੜੇ ਹਠੀ ਸਨ। ਇੰਨਾ ਹੱਠ ਕੋਈ ਕਰ ਸਕਦਾ ਵੀ ਜਲਾਦ ਨੇ ਕਹੇ ਵੀ ਮੈਂ ਬਾਬੇ ਨੂੰ ਛੇਤੀ ਮੁਕਾ ਦਿਆਂ, ਗੁੱਟ ਤੇ ਟੋਕਾ ਮਾਰਨ ਲੱਗੇ ਤੇ ਕਹਿੰਦੇ ਨਹੀਂ, ਉਂਗਲੀ ਤੋਂ ਸ਼ੁਰੂ ਕਰ, ਪੋਟਾ ਰੱਖ ਕੇ ਉਂਗਲੀ ਕਟਵਾਣੀ। ਇੰਨਾ ਹੱਠ ਕਰਨਾ ਬੜਾ ਔਖਾ ਹੈ। ਕੰਡਾ ਨਹੀਂ ਸਿਆ ਜਾਂਦਾ, ਕੰਡੇ ਦੀ ਪੀੜ, ਡਾਕਟਰ ਸਿਰਿੰਜ ਲਾਉਂਦਾ ਤੇ ਉਹ ਨਹੀਂ ਝੱਲੀ ਜਾਂਦੀ ਦਰਦ, ਤੇ ਇਹਦਾ ਬੰਦ ਹੀ ਕੱਟੇ ਜਾ ਰਹੇ ਨੇ ਤੇ ਬਾਣੀ ਪੜ੍ਹ ਰਹੇ ਨੇ। ਇਸ ਕਰਕੇ ਕਿ ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਮੂੰਹ 'ਚ ਪਿਆ ਹੋਇਆ, ਦੇਹ ਤੋਂ ਵਿਦੇ ਹੋ ਚੁੱਕੇ ਸਨ। ਸਿੱਖਨ ਕੋ ਸੋ ਸਿੱਖੀ ਦ੍ਰਿੜਾਵੈ। ਭਾਈ ਸਾਹਿਬ ਮਨੀ ਸਿੰਘ ਜੀ ਗੁਰਸਿੱਖਾਂ ਨੂੰ ਗੁਰਸਿੱਖੀ ਦੀ ਮਰਜ਼ਾਦਾ 'ਚ ਦ੍ਰਿੜ ਕਰਾਇਆ ਕਰਦੇ, ਪੱਕਾ ਕਰਿਆ ਕਰਦੇ। ਕਿਸੇ ਨੂੰ ਵੀ ਨਹੀਂ ਬਖਸ਼ਦੇ ਕੋਈ ਢਿੱਲ ਮੱਠ ਕਰੇ, ਉਹਨੂੰ ਰਹਿਤ ਵਿੱਚ ਪੱਕਾ ਰੱਖਦੇ ਸਨ। ਸਿੱਖਿਓ ਚੁਕੈ ਤਿਸਥਨ ਕਾ ਲਾਵੈ। ਜੇ ਕੋਈ ਸਿੱਖੀ ਦੀ ਮਰਜ਼ਾਦਾ ਦੇ ਵਿੱਚ ਢਿੱਲ ਮੱਠ ਕਰੇ, ਕੋਈ ਰਹਿਤ ਕਰੇ, ਉਹਨੂੰ ਭਾਈ ਮਨੀ ਸਿੰਘ ਜੀ ਤਨਖਾਹ ਲਾਇਆ ਕਰਦੇ ਸੀ। ਉਹਨੂੰ ਦੱਸਦੇ ਸੀ ਭਾਈ ਇੱਦਾਂ ਦੀ ਮਰਜ਼ਾਦਾ ਨਹੀਂ, ਇੱਦਾਂ ਦੀ ਹੈ। ਤੇ ਸਾਰਾ ਪੰਥ ਉਹਨਾਂ ਦੀ ਆਗਿਆ ਹੱਥ ਜੋੜ ਕੇ ਖਲੋ ਜਾਂਦਾ ਸੀ। ਕੋਈ ਵੀ ਤਨਖਾਹ ਭਾਈ ਮਨੀ ਸਿੰਘ ਲਾ ਦੇਣ, ਉਹ ਸਾਰੇ ਸਿੰਘ ਮੰਨਿਆ ਕਰਦੇ ਸਨ। ਬੀਜ ਬੀਜੇ ਵਹਿ ਗੁਰਮਤਿ ਲਾਵੈ। ਭਾਈ ਮਨੀ ਸਿੰਘ ਜੀ ਗੁਰਮਤਿ ਦਾ ਬੀਜ ਰਹੇ ਸਨ। ਸਿੱਖੀ ਦਾ ਐਸਾ ਬੂਟਾ ਲਾ ਰਹੇ ਸਨ ਵੀ ਜਿਹਦੀ ਛਾਂ ਹਜ਼ਾਰਾਂ ਲੱਖਾਂ ਸਾਲ ਤੱਕ ਰਹਿਣੀ ਹੈ। ਚਾਰ ਵਰਨ ਕੋ ਸਿੱਖੀ ਦ੍ਰਿੜਾਵੈ। ਬ੍ਰਾਹਮਣ, ਖੱਤਰੀ, ਬੈਸ਼, ਸ਼ੂਦਰ, ਚੌਹਾਂ ਵਰਨਾਂ ਦੇ ਲੋਕਾਂ ਨੂੰ ਗੁਰਮਤਿ ਦਾ ਰਸਤਾ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਗੁਰਬਾਣੀ ਦੇ ਪ੍ਰੇਮੀ ਬਣੋ, ਐਸੀ ਦ੍ਰਿੜ ਕਰਕੇ ਸਿੱਖੀ ਭਾਈ ਮਨੀ ਸਿੰਘ ਜੀ ਪ੍ਰਚਾਰਦੇ ਸਨ। ਕਰ ਸਾਖੀ ਬੋ ਸਿੱਖਨ ਸੁਨਾਵੈ। ਭਾਈ ਸਾਹਿਬ ਮਨੀ ਸਿੰਘ ਜੀ ਗੁਰਬਾਣੀ ਦੀ ਕਥਾ ਬੜੀ ਰਸ ਭਿੰਨੀ ਕਰਿਆ ਕਰਦੇ ਸਨ। ਸਾਖੀਆਂ, ਇਤਿਹਾਸ, ਪ੍ਰਮਾਣ ਬਹੁਤ ਸੁਣਾਇਆ ਕਰਦੇ ਸਨ। ਭਾਈ ਮਨੀ ਸਿੰਘ ਜੀ ਨੂੰ ਇੱਕ ਵਾਰੀ ਗੁਰਸਿੱਖਾਂ ਬੇਨਤੀ ਕੀਤੀ ਸੀ, ਭਾਈ ਸਾਹਿਬ ਜੀ ਆਪ ਜੀ ਮਹਾਂਪੁਰਸ਼ ਕਿਰਪਾ ਕਰਕੇ ਦੱਸੋ ਵੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖ ਹੋਏ ਨੇ ਜਾਂ ਗੁਰੂਆਂ ਦੇ ਪੁਰਾਣੇ ਸਿੱਖ ਹੋਏ ਨੇ, ਉਹਨਾਂ ਦੀ ਕਰਨੀ ਕਿਹੋ ਜਿਹੀ ਸੀ? ਸਾਨੂੰ ਪੁਰਾਣੇ ਗੁਰਸਿੱਖਾਂ ਦੀ ਕਰਨੀ ਦੱਸੋਗੇ ਤਾਂ ਹੀ ਅਸੀਂ ਉੱਦਾਂ ਦੀ ਕਰਾਂਗੇ। ਸਿੱਖਾਂ ਦਾ ਪ੍ਰਸ਼ਨ ਸੁਣ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਿਰਪਾ ਦੇ ਘਰ 'ਚ ਆਏ। ਕਹਿਣ ਲੱਗੇ, ਸਿੰਘੋ ਜੋ ਅਸੀਂ ਪੁਰਾਤਨ ਸਿੱਖਾਂ ਦੇ ਨਾਮ ਭਾਈ ਗੁਰਦਾਸ ਦੀ ਬਾਣੀ 'ਚੋਂ ਪੜ੍ਹੇ ਨੇ, ਉਹਨਾਂ ਦੀ ਤੁਹਾਨੂੰ ਸਾਖੀਆਂ ਸੁਣਾਵਾਂਗੇ।
ਉੱਥੇ ਬਚਨ ਆਉਂਦਾ ਹੈ ਸਿੱਖਾਂ ਦੀ ਭਗਤਮਾਲ ਪੋਥੀ ਦੇ ਵਿੱਚ, ਇੱਥੇ ਵੀ ਸ਼ਾਇਦ ਲਾਇਬ੍ਰੇਰੀ 'ਚ ਪੋਥੀ ਪਈ ਹੈ, ਉਹ ਸਿੱਖਾਂ ਦੀ ਭਗਤਮਾਲ ਭਾਈ ਮਨੀ ਸਿੰਘ ਦੀ ਲਿਖੀ ਹੋਈ ਹੈ। ਉਹਦੇ 'ਚ ਬਚਨ ਆਉਂਦਾ ਵੀ ਭਾਈ ਮਨੀ ਸਿੰਘ ਕਹਿਣ ਲੱਗੇ, ਸਿੰਘੋ ਜਿਵੇਂ ਕੋਈ ਦਰਿਆ ਵਿੱਚੋਂ ਲੰਘਦਾ ਹੈ ਅਤੇ ਜਿਹੜੇ ਸਿਆਣੇ ਲੋਕ ਹੁੰਦੇ ਨਾ ਦਰਿਆ 'ਚੋਂ ਲੰਘਣ ਵਾਲੇ, ਉੱਥੇ ਕਾਨੇ ਗੱਡ ਦਿੰਦੇ ਆ ਪਾਣੀ ਦੇ ਵਿੱਚ। ਉਹ ਕਾਨਿਆਂ ਤੋਂ ਪਤਾ ਲੱਗ ਜਾਂਦਾ ਵੀ ਇੱਥੇ ਪਾਣੀ ਡੂੰਘਾ ਹੈ, ਇੱਥੇ ਪਾਣੀ ਉੱਚਾ ਹੈ। ਉਹ ਬੰਦਾ ਹਿਸਾਬ ਨਾਲ ਪੈਰ ਧਰ ਕੇ ਲੰਘ ਜਾਂਦਾ ਉਹਨੂੰ ਦੇਖ ਕੇ। ਕਹਿੰਦੇ ਭਾਈ ਗੁਰਦਾਸ ਜੀ 11ਵੀਂ ਵਾਰ ਦੇ ਵਿੱਚ 40 ਵਾਰਾਂ ਨੇ ਭਾਈ ਗੁਰਦਾਸ ਦੀਆਂ 11ਵੀਂ ਵਾਰ ਜਿਹੜੀ ਹੈ ਉਹਦੇ 'ਚ ਸਿੱਖਾਂ ਦੇ ਨਾਮ ਲਿਖ ਕੇ ਮਾਨੋ ਕਾਨੇ ਗੱਡ ਗਏ। 11ਵੀਂ ਵਾਰ ਭਾਈ ਗੁਰਦਾਸ ਦੀ ਪੜ੍ਹੋ, ਉਹਦੇ ਵਿੱਚ ਉਹਨਾਂ ਸਿੱਖਾਂ ਦੇ ਨਾਮ ਨੇ ਜਿਹੜੇ 6 ਪਾਤਸ਼ਾਹੀਆਂ ਦੇ ਸਮੇਂ ਹੋਏ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਦੇ 6 ਪਾਤਸ਼ਾਹੀਆਂ ਦੇ ਸਿੱਖ, ਉਹਨਾਂ ਦਾ ਨਾਮ ਆਉਂਦਾ। ਭਾਈ ਮਨੀ ਸਿੰਘ ਕਹਿੰਦੇ ਭਾਈ ਗੁਰਦਾਸ ਜੀ ਕਾਨੇ ਗੱਡ ਗਏ, ਅਸੀਂ ਉਹਨਾਂ ਦੇ ਪਦ ਚਿੰਨ੍ਹਾਂ ਦੇ ਤੁਹਾਨੂੰ ਬਚਨ ਸੁਣਾ ਦਿੰਦੇ ਹਾਂ। ਫਿਰ ਭਾਈ ਮਨੀ ਸਿੰਘ ਜਿਹੜੀ ਕਥਾ ਸੁਣਾਈ ਉਹ ਲਿਖੀ ਗਈ ਨਾਲ। ਉਸ ਪੋਥੀ ਦਾ ਨਾਮ ਹੈ ਸਿੱਖਾਂ ਦੀ ਭਗਤਮਾਲਾ। 11ਵੀਂ ਵਾਰ ਦਾ ਟੀਕਾ ਕੀਤਾ ਭਾਈ ਗੁਰਦਾਸ। ਭਾਈ ਗੁਰਦਾਸ ਜੀ ਪਹਿਲੀ ਵਾਰ ਦਾ ਟੀਕਾ ਵੀ ਭਾਈ ਮਨੀ ਸਿੰਘ ਨੇ ਕੀਤਾ। ਪਹਿਲੀ ਵਾਰ ਦਾ ਟੀਕਾ ਜਿਹੜਾ ਕੀਤਾ ਉਹ ਪੋਥੀ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ। ਕਿਉਂਕਿ ਪਹਿਲੀ ਵਾਰ ਵਿੱਚ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਵੀ ਬਾਬਾ ਸਤਿਗੁਰੂ ਨਾਨਕ ਦੇਵ ਜੀ ਕਿੱਥੇ ਕਿੱਥੇ ਗਏ, ਕੀ ਕੀ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ